ਹੈਲੋ ਗਾਈਜ਼ ਵੈਲਕਮ ਬੈਕ ਟੂ ਮਾਈ YouTube ਚੈਨਲ। ਤੇ ਅੱਜ ਆਪਾਂ ਕਰਾਂਗੇ +2 ਦਾ ਲੈਸਨ ਨੰਬਰ 1 ਅਕਾਊਂਟਸ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ। ਤੇ ਇਹਦੇ ਵਿੱਚ ਆਪਾਂ ਕਰਾਂਗੇ ਬੇਸਿਕ ਜਿਹੜੀਆਂ ਥਿਊਰੀ ਦੀਆਂ ਟਰਮਸ ਆ। ਠੀਕ ਹੈ ਜੀ। ਫਸਟ ਆਫ ਆਲ ਇਹਦੇ ਵਿੱਚ ਹੈਗਾ ਮੀਨਿੰਗ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਕਿ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਟ੍ਰੇਡਿੰਗ ਆਰਗੇਨਾਈਜੇਸ਼ਨਸ ਹੁੰਦੀਆਂ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ, ਪ੍ਰੋਫਿਟ ਅਰਨ ਕਰਨਾ। ਬਟ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਆ ਉਹ ਕੀ ਕਰਦੀਆਂ ਆ, ਆਪਣੇ ਮੈਂਬਰਸ ਤੇ ਸੁਸਾਇਟੀ ਨੂੰ ਜਿਹੜੀਆਂ ਆ ਇੰਪੋਰਟੈਂਟ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੀਆਂ ਵਿਦਆਊਟ ਐਨੀ ਪ੍ਰੋਫਿਟ, ਤੇ ਉਹਨੂੰ ਕੀ ਬੋਲਦੇ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ। ਠੀਕ ਆ ਜੀ। ਤੇ ਇਹਨਾਂ ਦੀ ਜਿਹੜੀ ਸਥਾਪਨਾ ਆ ਉਹ ਸੁਸਾਇਟੀ, ਪੋਲੀਟੀਕਲ, ਕਲਚਰਲ ਜਾਂ ਕਿਸੇ ਵੀ ਪੋਲੀਟੀਕਲ ਜਾਂ ਕਲਚਰਲ ਐਕਟੀਵਿਟੀਜ਼ ਨੂੰ ਪਰਫਾਰਮ ਕਰਨ ਦੇ ਲਈ ਜਿਹੜੀ ਆ ਇਹਨਾਂ ਦੀ ਸਥਾਪਨਾ ਜਿਹੜੀ ਆ ਕੀਤੀ ਜਾਂਦੀ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਐਗਜ਼ਾਮਪਲਸ ਹੋ ਸਕਦੀਆਂ ਜਿੱਦਾਂ ਕਿ ਕੋਈ ਵੀ ਚੈਰੀਟੇਬਲ ਹਸਪੀਟਲਸ ਹੋ ਗਏ, ਠੀਕ ਹੈ, ਪਬਲਿਕ ਲਾਇਬ੍ਰੇਰੀਜ਼ ਹੋ ਗਈਆਂ, ਜਾਂ ਕੋਈ ਵੀ ਟੈਂਪਲਸ ਵਗੈਰਾ ਹੋ ਗਏ, ਜਾਂ ਸਪੋਰਟਸ ਕਲੱਬ ਹੋ ਗਏ। ਇਹ ਸਾਰੀਆਂ ਕੀ ਆ, ਇਹਦੀਆਂ ਐਗਜ਼ਾਮਪਲਸ ਹੋ ਗਈਆਂ। ਠੀਕ ਹੈ। ਤੇ ਇਹ ਹੋ ਗਿਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ। ਤੇ ਨੈਕਸਟ ਹੈ ਇਹਦੇ ਵਿੱਚ ਫੰਡ ਬੇਸਡ ਐਂਡ ਨਾਨ ਫੰਡ ਬੇਸਡ ਅਕਾਊਂਟਿੰਗ। ਠੀਕ ਹੈ ਜੀ। ਫੰਡ ਬੇਸਡ ਅਕਾਊਂਟਿੰਗ ਜਿਹੜੀ ਆ ਆਪਾਂ ਇਹਦੇ ਵਿੱਚ ਯੂਜ਼ ਕਰਦੇ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਵਿੱਚ। ਮਤਲਬ ਜਦੋਂ ਆਪਾਂ ਅਕਾਊਂਟਸ ਵਗੈਰਾ ਪ੍ਰਪੇਅਰ ਕਰਦੇ ਜਾਂ ਅਕਾਊਂਟਿੰਗ ਇਹਦੇ ਵਿੱਚ ਆਪਾਂ ਟਰਮ ਯੂਜ਼ ਕਰਦੇ ਆ ਤਾਂ ਉਹਦੇ ਵਿੱਚ ਕੀ ਆਪਾਂ ਫੰਡ ਬੇਸਡ ਜਿਹੜੀ ਆ ਇਹਦੇ ਵਿੱਚ ਆਪਾਂ ਯੂਜ਼ ਕਰਦੇ ਆ। ਠੀਕ ਹੈ ਜੀ। ਫੰਡ ਬੇਸਡ ਕੀ ਹੁੰਦੀ ਆ ਕਿ ਮਤਲਬ ਜਿਹੜੇ ਆ ਇਹਦੇ ਵਿੱਚ ਕੀ ਹੁੰਦੇ ਆ ਕਿ ਜਦੋਂ ਆਪਾਂ ਅਕਾਊਂਟਿੰਗ ਨੂੰ ਪਰਫਾਰਮ ਕਰਦੇ ਆ ਇਹਦੇ ਵਿੱਚ, ਤਾਂ ਜਿਹੜੀਆਂ ਡਿਫਰੈਂਟ ਜਿਹੜੇ ਆ ਫੰਡਸ ਆ ਉਹ ਪ੍ਰਪੇਅਰ ਕੀਤੇ ਜਾਂਦੇ ਆ ਕਿਸੇ ਸਪੈਸੀਫਿਕ ਉਦੇਸ਼ ਨੂੰ ਅਚੀਵ ਕਰਨ ਦੇ ਲਈ। ਠੀਕ ਹੈ ਜੀ। ਜਿੱਦਾਂ ਕੋਈ ਵੀ ਕਿਸੇ ਵੀ ਪਰਸਨ ਨੇ ਆਪਾਂ ਨੂੰ ਜਿਹੜੀ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਸ ਨੂੰ ਕਿਸੇ ਨੂੰ ਵੀ ਜਿਹੜਾ ਆ ਕੋਈ ਡੋਨੇਸ਼ਨ ਦਿੱਤਾ ਹੈ। ਠੀਕ ਹੈ ਜੀ। ਤੇ ਡੋਨੇਸ਼ਨ ਜਿਹੜਾ ਹੈ ਉਹ ਕਿਸੇ ਵੀ ਬਿਲਡਿੰਗ ਨੂੰ ਐਸਟੈਬਲਿਸ਼ ਕਰਨ ਦੇ ਲਈ ਦਿੱਤਾ ਹੈ, ਤਾਂ ਉਹ ਜਿਹੜਾ ਡੋਨੇਸ਼ਨ ਆ ਫੰਡ ਆਪਾਂ ਉਹਨੂੰ ਆਪਾਂ ਕਿਹਦੇ ਵਿੱਚ ਆਪਾਂ ਰੱਖਾਂਗੇ, ਉਹਨੂੰ ਆਪਾਂ ਬਿਲਡਿੰਗ ਫੰਡ ਦੇ ਵਿੱਚ। ਠੀਕ ਹੈ। ਤੇ ਜਿੱਦਾਂ ਕਿ ਹੁਣ ਜਿਸ ਚੀਜ਼ ਦੇ ਲਈ ਉਹ ਫੰਡ ਆਪਾਂ ਨੂੰ ਕਿਸੇ ਨੇ ਡੋਨੇਸ਼ਨ ਜਾਂ ਫੰਡ ਆ ਜਿਹੜਾ ਉਹ ਦਿੱਤਾ ਹੋਵੇ, ਆਪਾਂ ਉਸੇ ਦੇ ਲਈ ਉਹਨੂੰ ਯੂਜ਼ ਕਰਾਂਗੇ, ਤਾਂ ਉਹਨੂੰ ਕੀ ਬੋਲਦੇ, ਫੰਡ ਬੇਸਡ। ਠੀਕ ਹੈ। ਜਿੱਦਾਂ ਕੋਈ ਵੀ ਬਿਲਡਿੰਗ ਆਪਾਂ ਪ੍ਰਪੇਅਰ ਕਰਨੀ ਹੈ ਤਾਂ ਜਿਹੜੇ ਵੀ ਉਸ ਬਿਲਡਿੰਗ ਤੇ ਐਕਸਪੈਂਸਿਸ ਅਰਾਈਜ਼ ਹੋਣੇ ਆ ਤਾਂ ਉਹ ਆਪਾਂ ਇਹਦੇ ਵਿੱਚੋਂ ਬਿਲਡਿੰਗ ਫੰਡ ਵਿੱਚੋਂ ਹੀ ਯੂਜ਼ ਕਰਾਂਗੇ। ਠੀਕ ਹੈ। ਤੇ ਇਹ ਹੋ ਗਿਆ ਫੰਡ ਬੇਸਡ ਅਕਾਊਂਟਿੰਗ। ਤੇ ਇਹਦੇ ਵਿੱਚ ਜਿਹੜੀ ਅਕਾਊਂਟਿੰਗ ਆ ਉਹਦੇ ਵਿੱਚ ਕੈਸ਼ ਬੇਸਿਸ ਤੇ ਕੀਤੀ ਜਾਂਦੀ ਹੈ। ਠੀਕ ਹੈ ਜੀ। ਕੈਸ਼ ਬੇਸਿਸ ਕੀ ਹੁੰਦਾ ਆ ਕਿ ਮਤਲਬ ਐਟ ਏ ਟਾਈਮ ਜਿਹੜਾ ਆ ਇਮੀਡੀਏਟ ਜਿਹੜੀਆਂ ਕੈਸ਼ ਟ੍ਰਾਂਜੈਕਸ਼ਨਸ ਹੋ ਜਾਂਦੀਆਂ ਹੈ। ਜਿੱਦਾਂ ਕਿ ਕੋਈ ਵੀ ਐਕਸਪੈਂਸ ਰਾਈਜ਼ ਹੋਇਆ ਤੇ ਨਾਲ ਹੀ ਆਪਾਂ ਉਹਦੀ ਪੇਮੈਂਟ ਕਰ ਦਿੱਤੀ ਐਜ਼ ਏ ਕੈਸ਼। ਠੀਕ ਹੈ। ਤੇ ਉਹ ਹੋ ਗਿਆ ਕੈਸ਼ ਬੇਸਿਸ ਕਿ ਮਤਲਬ ਐਟ ਏ ਟਾਈਮ ਜਦੋਂ ਕੈਸ਼ ਦੀ ਟ੍ਰਾਂਜੈਕਸ਼ਨ ਹੋ ਜਾਵੇ ਤਾਂ ਉਹਨੂੰ ਕੀ ਬੋਲਦੇ ਆ, ਕੈਸ਼ ਬੇਸਿਸ। ਤੇ ਇਹਦੇ ਵਿੱਚ ਜਿਹੜੀਆਂ ਸਾਰੀਆਂ ਟ੍ਰਾਂਜੈਕਸ਼ਨਸ ਆ ਕੈਸ਼ ਬੇਸਿਸ ਦੇ ਅਕੋਰਡਿੰਗ ਕੀਤੀਆਂ ਜਾਂਦੀਆਂ। ਠੀਕ ਆ। ਤੇ ਜਿਹੜਾ ਨਾਨ ਫੰਡ ਬੇਸਡ ਅਕਾਊਂਟਿੰਗ ਆ ਇਹ ਆਪਾਂ ਕਿਹਦੇ ਵਿੱਚ ਯੂਜ਼ ਕਰਦੇ ਆ, ਜਿਹੜੀਆਂ ਟ੍ਰੇਡਿੰਗ ਆਰਗੇਨਾਈਜੇਸ਼ਨਸ ਆ ਉਹਦੇ ਵਿੱਚ ਨਾਰਮਲੀ ਜਿਹੜਾ ਹੈ ਨਾਨ ਫੰਡ ਬੇਸਡ ਅਕਾਊਂਟਿੰਗ ਯੂਜ਼ ਕੀਤਾ ਜਾਂਦਾ ਆ। ਤੇ ਇਹਦੇ ਵਿੱਚ ਜਿਹੜੀ ਅਕਾਊਂਟਿੰਗ ਆ ਉਹ ਕਿਹਦੇ ਅਕੋਰਡਿੰਗ ਕੀਤੀ ਜਾਂਦੀ ਹੈ, ਐਕਰੂਅਲ ਬੇਸਿਸ ਦੇ ਅਕੋਰਡਿੰਗ। ਐਕਰੂਅਲ ਬੇਸਿਸ ਹੁਣ ਕੀ ਹੁੰਦਾ ਆ, ਐਕਰੂਅਲ ਬੇਸਿਸ ਹੋ ਗਿਆ ਜਿੱਦਾਂ ਕਿ ਮਤਲਬ ਐਟ ਏ ਟਾਈਮ ਮਤਲਬ ਕੋਈ ਵੀ ਐਕਸਪੈਂਸ ਹੋ ਗਿਆ ਬਟ ਆਪਾਂ ਹਲੇ ਉਹਦੀ ਪੇਮੈਂਟ ਨਹੀਂ ਕੀਤੀ, ਬਟ ਉਹਨੂੰ ਆਪਾਂ ਰਿਕਾਰਡ ਕਰ ਲਿਆ। ਠੀਕ ਆ। ਬਟ ਹਲੇ ਉਹਦੀ ਕੈਸ਼ ਟ੍ਰਾਂਜੈਕਸ਼ਨ ਕੋਈ ਨਹੀਂ ਹੋਈ, ਜਸਟ ਆਪਾਂ ਨੂੰ ਪਤਾ ਆ ਕਿ ਐਕਸਪੈਂਸ ਰਾਈਜ਼ ਹੋ ਗਿਆ ਜਾਂ ਕੋਈ ਵੀ ਇਨਕਮ ਰਾਈਜ਼ ਹੋ ਗਈ ਬਟ ਉਹਦੀ ਪੇਮੈਂਟ ਨਹੀਂ ਹੋਈ ਹਲੇ, ਤਾਂ ਉਹ ਕੀ ਹੋ ਗਿਆ, ਐਕਰੂਅਲ ਬੇਸਿਸ। ਜਸਟ ਉਹਨੂੰ ਆਪਾਂ ਬੁੱਕਸ ਦੇ ਵਿੱਚ ਰਿਕਾਰਡ ਕਰ ਲਿਆ। ਠੀਕ ਹੈ ਜੀ। ਇਹ ਹੋ ਗਿਆ ਐਕਰੂਅਲ ਬੇਸਿਸ। ਇਹ ਹੋ ਗਿਆ ਫੰਡ ਬੇਸਡ ਐਂਡ ਨਾਨ ਫੰਡ ਬੇਸਡ ਅਕਾਊਂਟਿੰਗ। ਓਕੇ। ਤੋਂ ਨੈਕਸਟ ਇਹਦੇ ਵਿੱਚ ਆਉਂਦਾ ਆ ਰਿਸੀਪਟ ਐਂਡ ਪੇਮੈਂਟ ਅਕਾਊਂਟ। ਤੇ ਇਹਦੇ ਵਿੱਚ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਾਂ ਟ੍ਰੇਡਿੰਗ ਆਰਗੇਨਾਈਜੇਸ਼ਨ ਆ, ਟ੍ਰੇਡਿੰਗ ਆਰਗੇਨਾਈਜੇਸ਼ਨਸ ਦੇ ਵਿੱਚ ਆਪਾਂ ਟ੍ਰੇਡਿੰਗ ਅਕਾਊਂਟ ਪ੍ਰਪੇਅਰ ਕਰਦੇ, ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਪ੍ਰਪੇਅਰ ਕਰਦੇ ਹਾਂ ਰਿਸੀਪਟ ਐਂਡ ਪੇਮੈਂਟ ਅਕਾਊਂਟ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਂਡ ਬੈਲੈਂਸ ਸ਼ੀਟ। ਠੀਕ ਹੈ। ਤੇ ਫਸਟ ਆਪਾਂ ਇਹਦੇ ਵਿੱਚ ਦੇਖਾਂਗੇ ਰਿਸੀਪਟ ਐਂਡ ਪੇਮੈਂਟ ਅਕਾਊਂਟ। ਓਕੇ। ਤਾਂ ਰਿਸੀਪਟ ਐਂਡ ਪੇਮੈਂਟ ਅਕਾਊਂਟ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਇੱਕ ਰੀਅਲ ਅਕਾਊਂਟ ਦੀ ਤਰ੍ਹਾਂ ਹੀ ਹੁੰਦਾ ਆ। ਤੇ ਇਹਦੇ ਵਿੱਚ ਇੱਕ ਫਿਕਸ ਟਾਈਮ ਪੀਰੀਅਡ ਦੇ ਦੌਰਾਨ ਜਿੰਨੀਆਂ ਵੀ ਟੋਟਲ ਰਿਸੀਪਟਸ ਜਾਂ ਪੇਮੈਂਟਸ ਹੁੰਦੀਆਂ ਉਹਨਾਂ ਦਾ ਸਾਰਾ ਰਿਕਾਰਡ ਇਹਦੇ ਵਿੱਚ ਕੀਤਾ ਜਾਂਦਾ ਆ। ਤੇ ਇਹਦੇ ਵਿੱਚ 2 ਸਾਈਡਸ ਹੁੰਦੀਆਂ, ਲੈਫਟ ਸਾਈਡ ਐਂਡ ਰਾਈਟ ਸਾਈਡ। ਠੀਕ ਹੈ ਜੀ। ਤੇ ਲੈਫਟ ਸਾਈਡ ਜਿਹੜੀਆਂ ਆ ਰਿਸੀਪਟਸ ਨੂੰ ਸ਼ੋ ਕੀਤਾ ਜਾਂਦਾ ਹੈ ਤੇ ਰਾਈਟ ਸਾਈਡ ਜਿਹੜੀਆਂ ਪੇਮੈਂਟਸ ਨੂੰ ਸ਼ੋ ਕੀਤਾ ਜਾਂਦਾ ਆ। ਤੇ ਇਹ ਜਿਹੜਾ ਅਕਾਊਂਟ ਆ ਇਹ ਸਟਾਰਟ ਹੁੰਦਾ ਆ ਓਪਨਿੰਗ ਕੈਸ਼ ਬੈਲੈਂਸ ਦੇ ਨਾਲ। ਠੀਕ ਹੈ। ਤੇ ਫਿਨਿਸ਼ ਹੁੰਦਾ ਆ ਇਹ ਕਲੋਜ਼ਿੰਗ ਕੈਸ਼ ਬੈਲੈਂਸ ਦੇ ਨਾਲ। ਠੀਕ ਹੈ। ਤੇ ਮੈਂ ਇਹਦੇ ਵਿੱਚ ਪੂਰਾ ਪਰਫਾਰਮਾ ਨਹੀਂ ਬਣਾਇਆ ਹੈਗਾ, ਉਹ ਪਰਫਾਰਮਾ ਤੁਸੀਂ ਬੁੱਕ ਤੋਂ ਕੰਪਲੀਟ ਜਿਹੜਾ ਦੇਖ ਸਕਦੇ ਆ। ਮੇਰੇ ਕੋਲ ਜਿਹੜੀ ਬੁੱਕ ਆ ਉਹ ਉੱਤੇ ਹੈਗਾ ਆ ਪੇਜ ਨੰਬਰ 7 ਤੇ ਪਰਫਾਰਮਾ ਤੁਸੀਂ ਉੱਥੋਂ ਚੈੱਕਆਊਟ ਕਰ ਸਕਦੇ ਹੋ। ਠੀਕ ਹੈ ਜੀ। ਇਹ ਹੋ ਗਿਆ ਰਿਸੀਪਟ ਐਂਡ ਪੇਮੈਂਟ ਅਕਾਊਂਟ। ਨੈਕਸਟ ਹੈ ਆਪਣੇ ਕੋਲ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ।
ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਸੇ ਸੇਮ ਜਿੱਦਾਂ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੇ ਆ, ਇਹਦੇ ਵਿੱਚ ਇੱਦਾਂ ਹੀ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਇਆ ਜਾਂਦਾ, ਠੀਕ ਹੈ ਜੀ। ਇਹਦੇ ਵਿੱਚ ਵੀ 2 ਸਾਈਡਸ ਹੁੰਦੀਆਂ, ਕ੍ਰੈਡਿਟ ਸਾਈਡ ਐਂਡ ਡੈਬਿਟ ਸਾਈਡ। ਡੈਬਿਟ ਸਾਈਡ ਹੋ ਗਿਆ, ਕ੍ਰੈਡਿਟ ਸਾਈਡ ਹੋ ਗਿਆ। ਕ੍ਰੈਡਿਟ ਸਾਈਡ ਆਪਾਂ ਕੀ ਇਨਕਮ ਸ਼ੋ ਕਰਦੇ ਆ, ਤੇ ਡੈਬਿਟ ਸਾਈਡ ਆਪਾਂ ਐਕਸਪੈਂਡੀਚਰ ਸ਼ੋ ਕਰਦੇ ਆ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੀ ਸਾਰੀਆਂ ਟ੍ਰਾਂਜੈਕਸ਼ਨਸ ਆ ਉਹ ਕਿਹਦੇ ਅਕੋਰਡਿੰਗ ਕੀਤੀਆਂ ਜਾਂਦੀਆਂ, ਐਕਰੂਅਲ ਬੇਸਿਸ ਦੇ ਅਕੋਰਡਿੰਗ, ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ, ਠੀਕ ਹੈ ਜੀ। ਐਕਰੂਅਲ ਬੇਸਿਸ ਦੇ ਅਕੋਰਡਿੰਗ ਇਹਦੇ ਵਿੱਚ ਸਾਰੀਆਂ ਟ੍ਰਾਂਜੈਕਸ਼ਨਸ ਅਰਾਈਜ਼ ਹੁੰਦੀਆਂ ਆ। ਤੇ ਇਹਦੇ ਵਿੱਚ ਕੀ ਹੁੰਦਾ ਆ ਕਿ ਇਹਦੇ ਵਿੱਚ ਜਿਹੜਾ ਆ ਪਿਛਲੇ ਸਾਲ ਜਾਂ ਅਗਲੇ ਸਾਲ ਦੀਆਂ ਕਿਸੇ ਵੀ ਆਈਟਮਸ ਨੂੰ ਸ਼ੋ ਨਹੀਂ ਕੀਤਾ ਜਾਂਦਾ, ਠੀਕ ਹੈ। ਇਹਦੇ ਵਿੱਚ ਮਤਲਬ ਕਰੰਟ ਈਅਰਸ ਦੇ ਦੌਰਾਨ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਆ ਉਹਨਾਂ ਨੂੰ ਸ਼ੋ ਕੀਤਾ ਜਾਂਦਾ ਆ। ਓਕੇ, ਤੇ ਹੋ ਗਿਆ ਪਰਫਾਰਮਾ ਤੁਸੀਂ ਬੁੱਕ ਤੋਂ ਦੇਖ ਸਕਦੇ ਆ। ਅੱਗੇ ਹੈਗਾ ਨੈਕਸਟ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਵੀ ਸੇਮ ਉੱਦਾਂ ਬਣਾਉਣੀ ਹੈ ਜਿੱਦਾਂ ਆਪਾਂ ਪਹਿਲੇ ਬਣਾਈ ਆ ਟ੍ਰੇਡਿੰਗ ਆਰਗੇਨਾਈਜੇਸ਼ਨਸ ਦੇ ਵਿੱਚ, ਮਤਲਬ ਜਿਹੜਾ ਆਪਾਂ +1 ਦੇ ਵਿੱਚ ਚੈਪਟਰ ਕੀਤਾ ਸੀ ਫਾਈਨਲ ਅਕਾਊਂਟਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ। ਬੈਲੈਂਸ ਸ਼ੀਟ ਉਹਦੇ ਵਿੱਚ ਬਣਾਉਂਦੇ ਸੀ ਨਾ, ਸੇਮ ਉਸੇ ਤਰ੍ਹਾਂ ਹੀ ਬੈਲੈਂਸ ਸ਼ੀਟ ਬਣਨੀ। ਇਹਦੇ ਵਿੱਚ ਕੀ ਹੁੰਦਾ ਕਿ ਸੇਮ ਜਿੱਦਾਂ ਆਪਾਂ ਉਹਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਦਿਖਾਉਣ ਦੇ ਲਈ ਜਿਹੜਾ ਬੈਲੈਂਸ ਸ਼ੀਟ ਪ੍ਰਿਪੇਅਰ ਕਰਦੇ ਆ, ਸੇਮ ਇਸੇ ਵਿੱਚ ਵੀ ਕਿਸੇ ਖਾਸ ਜਿਹੜਾ ਟਾਈਮ ਪੀਰੀਅਡ ਦੇ ਦੌਰਾਨ ਜਿਹੜੀਆਂ ਆ ਸਾਰੇ ਜਿਹੜੀ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਸ਼ੋ ਕੀਤਾ ਜਾਂਦਾ ਆ। ਤੇ ਇਹਦੇ ਵਿੱਚ ਕੀ ਹੁੰਦਾ ਕਿ ਜੇ ਮਤਲਬ ਜਿਹੜੀਆਂ ਇਹਦੀਆਂ ਐਸੈਟਸ ਆ ਲਾਇਬਿਲਿਟੀਜ਼ ਤੋਂ ਜ਼ਿਆਦਾ ਹੋਣ, ਠੀਕ ਹੈ ਜੀ, ਲਾਇਬਿਲਿਟੀਜ਼ ਤੋਂ ਜ਼ਿਆਦਾ ਹੋਣ ਤਾਂ ਕੀ ਹੁੰਦਾ ਆ, ਕੈਪੀਟਲ ਫੰਡ, ਉਹਨੂੰ ਆਪਾਂ ਕੀ ਬੋਲਦੇ ਆ, ਕੈਪੀਟਲ ਫੰਡ। ਤੇ ਜੇ ਅਗਰ ਆਪਾਂ ਨੂੰ ਕੋਈ ਵੀ ਕੈਪੀਟਲ ਫੰਡ ਨਹੀਂ ਦਿੱਤਾ ਗਿਆ ਇਹਦੇ ਵਿੱਚ, ਤਾਂ ਇਹਦੇ ਵਿੱਚ ਆਪਾਂ ਨੂੰ 2 ਬੈਲੈਂਸ ਸ਼ੀਟਸ ਪ੍ਰਿਪੇਅਰ ਕਰਨੀਆਂ ਪੈਂਦੀਆਂ। ਇੱਕ ਫਸਟ ਓਪਨਿੰਗ ਬੈਲੈਂਸ ਸ਼ੀਟ ਤੇ ਨੈਕਸਟ ਜਿਹੜੀ ਹੈ ਕਲੋਜ਼ਿੰਗ ਬੈਲੈਂਸ ਸ਼ੀਟ। ਓਪਨਿੰਗ ਬੈਲੈਂਸ ਸ਼ੀਟ ਆਪਾਂ ਨੂੰ ਕੈਪੀਟਲ ਫੰਡ ਨੂੰ ਫਾਈਂਡ ਆਊਟ ਕਰਨ ਦੇ ਲਈ ਪ੍ਰਿਪੇਅਰ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਨੈਕਸਟ ਇਹਦੇ ਵਿੱਚ ਜਿੱਦਾਂ ਆਪਾਂ ਮਤਲਬ ਨਿਊਮੈਰੀਕਲਸ ਕਰਾਂਗੇ ਉੱਦਾਂ ਆਪਾਂ ਨੂੰ ਜ਼ਿਆਦਾ ਈਜ਼ੀ ਵੇ ਨਾਲ ਸਮਝ ਆਊਗਾ, ਠੀਕ ਹੈ। ਇਹ ਜਸਟ ਕੀ ਹੈ, ਹਾਲੇ ਥਿਊਰੀ ਦਾ ਕੰਸੈਪਟ ਆ, ਤਾਂ ਹੌਲੀ ਹੌਲੀ ਜਦੋਂ ਆਪਾਂ ਨਿਊਮੈਰੀਕਲ ਕਰਨੇ ਆ ਤਾਂ ਆਪਾਂ ਨੂੰ ਈਜ਼ੀ ਵੇ ਨਾਲ ਹੋਰ ਵੀ ਮਤਲਬ ਕਲੀਅਰ ਹੋ ਜਾਣਾ, ਠੀਕ ਆ। ਤੇ ਨੈਕਸਟ ਇਹਦੇ ਵਿੱਚ ਪੈਕੂਲੀਅਰ ਆਈਟਮਸ ਆਫ ਨॉन ਟ੍ਰੇਡਿੰਗ ਕੰਸਰਨਸ। ਕੁਛ ਇਹਦੇ ਵਿੱਚ ਆਈਟਮਸ ਆ ਜਿਨ੍ਹਾਂ ਨੂੰ ਮਤਲਬ ਆਪਾਂ ਯੂਜ਼ ਕਰਦੇ ਆ ਇਹਦੇ ਵਿੱਚ, ਜੋ ਵੀ ਆਪਾਂ ਅਕਾਊਂਟ ਬਣਾਉਂਦੇ ਉਹਦੇ ਵਿੱਚ ਆਪਾਂ ਯੂਜ਼ ਕਰਦੇ ਆ। ਤਾਂ ਫਸਟ ਕੀ ਹੁੰਦਾ ਇਹਦੇ ਵਿੱਚ, ਲੀਗੇਸੀ। ਲੀਗੇਸੀ ਕੀ ਹੁੰਦਾ ਕਿ ਮਤਲਬ ਜਦੋਂ ਕੋਈ ਪਰਸਨ ਆਪਣੀ ਵਸੀਅਤ ਕਿਸੇ ਵੀ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦੇ ਜਾਂਦਾ ਆ ਤਾਂ ਉਹਨੂੰ ਕੀ ਬੋਲਦੇ ਆ, ਵਸੀਅਤ ਦਾਨ ਤੋਂ ਪ੍ਰਾਪਤ ਰਕਮ, ਠੀਕ ਹੈ। ਤੇ ਇਹਦੇ ਵਿੱਚ ਆਪਾਂ ਇਹਨੂੰ ਕਿੱਥੇ ਸ਼ੋ ਕਰਦੇ ਆ, ਰਿਸੀਪਟ ਐਂਡ ਪੇਮੈਂਟ ਅਕਾਊਂਟ ਦੇ। ਰਿਸੀਪਟ ਐਂਡ ਪੇਮੈਂਟ ਅਕਾਊਂਟ ਜਦੋਂ ਆਪਾਂ ਬਣਾਉਂਦੇ ਆ ਤਾਂ ਉਹਦੇ ਵਿੱਚ ਆਪਾਂ ਰਿਸੀਪਟ ਸਾਈਡ ਦੇ ਉੱਤੇ ਇਹਨੂੰ ਆਪਾਂ ਸ਼ੋ ਕਰਦੇ ਆ, ਠੀਕ ਹੈ ਜੀ। ਰਿਸੀਪਟ ਸਾਈਡ ਮਤਲਬ ਡੈਬਿਟ ਸਾਈਡ, ਰਿਸੀਪਟ ਐਂਡ ਪੇਮੈਂਟ ਅਕਾਊਂਟ ਵਿੱਚ ਰਿਸੀਪਟ ਸਾਈਡ, ਡੈਬਿਟ ਸਾਈਡ ਤੇ ਰਿਸੀਪਟਸ ਹੁੰਦੀਆਂ ਤੇ ਕ੍ਰੈਡਿਟ ਸਾਈਡ ਤੇ ਪੇਮੈਂਟਸ, ਠੀਕ ਆ। ਤੇ ਨੈਕਸਟ ਹੈ ਇਹਦੇ ਸਬਸਕ੍ਰਿਪਸ਼ਨ। ਸਬਸਕ੍ਰਿਪਸ਼ਨ ਕੀ ਹੁੰਦੀ ਆ ਕਿ ਇਹ ਜਿਹੜੀਆਂ ਕੋਈ ਵੀ ਨॉन ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਦੀ ਆਮਦਨ ਦਾ ਮੇਨ ਸਰੋਤ ਹੁੰਦਾ ਆ ਸਬਸਕ੍ਰਿਪਸ਼ਨ। ਇਹ ਮਤਲਬ ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਆ ਉਹਨੂੰ ਚਲਾਉਣ ਦੇ ਲਈ ਮਤਲਬ ਕੰਟੀਨਿਊਸਲੀ ਉਹਨੂੰ ਚਲਾਉਣ ਦੇ ਲਈ ਜਿਹੜੀ ਆ ਵਿੱਤ ਦੀ ਲੋੜ ਹੁੰਦੀ ਆ। ਤੇ ਜਿਹੜਾ ਵਿੱਤ ਉਹ ਆਪਣੇ ਮੈਂਬਰਸ ਜਿਹੜੇ ਉਹਨਾਂ ਦੇ ਆਰਗੇਨਾਈਜੇਸ਼ਨਸ ਦੇ ਮੈਂਬਰਸ ਬਣਦੇ ਆ ਉਹਨਾਂ ਤੋਂ ਉਹ ਰਿਸੀਵ ਕਰਦੇ ਆ, ਠੀਕ ਆ। ਤੇ ਓਕੇ, ਇਹ ਹੋ ਗਿਆ ਸਬਸਕ੍ਰਿਪਸ਼ਨ। ਤੇ ਇਹਨੂੰ ਆਪਾਂ ਕਿੱਥੇ ਸ਼ੋ ਕਰਦੇ ਆ, ਜਿਹੜਾ ਆ ਪ੍ਰਾਪਤੀ ਤੇ ਭੁਗਤਾਨ ਖਾਤਾ, ਮਤਲਬ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆ ਉਹਦੇ ਡੈਬਿਟ ਪੱਖ ਵਿੱਚ ਇਹਨੂੰ ਸ਼ੋ ਕੀਤਾ ਜਾਂਦਾ ਹੈ। ਡੈਬਿਟ ਸਾਈਡ, ਓਕੇ। तो नेक्स्ट है डोनेशन। डोनेशन मतलब कोई भी ये वो रकम होंगी है जी कि कोई व्यक्ति या फर्म आ या कोई भी कंपनी है या किसी भी संस्था तो तोहफे के रूप में किसी भी नॉन प्रॉफिट ऑर्गेनाइजेशन को दी जाती है तो उन्होंने की बोलते हैं डोनेशन, ठीक है। तो ये कोई स्पैसीफिक डोनेशन भी हो सकता किसी मतलब किसी स्पैसीफिक ऑब्जैक्टिव को अचीव करने के लिए भी कोई परसन जो डोनेशन पे कर सकता है, ठीक है। तो ये एंट्रेंस फीस एक हो गया एंट्रेंस फीस। एंट्रेंस फीस की होंगी आ कि मतलब सबसक्रिप्शन तो इलावा भी ਜਿਹੜੇ ਲੋਕੀ ਜਿਹੜੇ ਨਿਊ ਮਤਲਬ ਜਿਹੜੇ ਆ ਨਿਊ ਆਰਗੇਨਾਈਜੇਸ਼ਨਸ ਦੇ ਵਿੱਚ ਐਂਟਰ ਕਰਦੇ ਆ ਤਾਂ ਉਹਦੇ ਤੋਂ ਵੀ ਜਿਹੜੇ ਆ ਐਂਟਰੈਂਸ ਫੀਸ ਲਈ ਜਾਂਦੀ ਆ ਤਾਂ ਕਿ ਜਿਹੜੀਆਂ ਆ ਆਰਗੇਨਾਈਜੇਸ਼ਨਸ ਦੀ ਐਕਟੀਵਿਟੀਜ਼ ਨੂੰ ਮਤਲਬ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕੇ, ਠੀਕ ਹੈ। ਤੇ ਇਹ ਹੋ ਗਿਆ ਐਂਟਰੈਂਸ ਫੀਸ। ਤੇ ਇਹਦੇ ਵਿੱਚੋਂ ਕਈ ਜਿਹੜੇ ਆ मतलब ये अलग-अलग मत रखते कई परसन जो अकाउंटेंट आ वो कई इनू पूंजीगत आमदन मतलब कैपीटल स्वरूप का मानते हैं तो कई इनू रैवन्यू स्वरूप का मानते हैं। कैपीटल तो रैवन्यू मैं दसिया सी कि कैपीटल जो लॉन्ग टर्म के लिए होंगे तो रैवन्यू जी शॉर्ट टर्म के लिए होंगे। कैपीटल मतलब इन द सेंस कि मतलब कई इनू इस तरह मानते हैं कि जो कैपीटल ये कैपीटल नेचर दियाँ है क्योंकि इनू आप इक्के बारी ही रिसीव करते हैं, ठीक है। बट जे कि कई जोड़े अकाउंटेंट वो मानते हैं कि इनू मतलब आप रैवन्यू नेचर के मानते क्योंकि कहते टाइम टू टाइम जोड़े आ
ਮਤਲਬ ਜਿਹੜੇ ਮੈਂਬਰਸ ਆ ਉਹ ਐਂਟਰ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਪੀਰੀਅਡ ਦੇ ਬਾਅਦ, ਠੀਕ ਹੈ। ਤਾਂ ਇਸ ਲਈ ਕੀ ਆ ਕਿ ਇਹਨੂੰ ਰੈਵਨਿਊ ਤੇ ਕੈਪੀਟਲ ਦੋਨੋਂ ਨੇਚਰ ਦੇ ਮੰਨਿਆ ਜਾਂਦਾ ਹੈ। ਓਕੇ, ਤੇ ਇਹ ਸੀਗਾ ਅੱਜ ਦਾ ਕਨਸੈਪਟ। ਤੇ ਨੈਕਸਟ ਵੀਡੀਓ ਵਿੱਚ ਆਪਾਂ ਇਹਦੇ ਜਿਹੜੇ ਨੂਮੈਰੀਕਲ ਸਟਾਰਟ ਕਰਾਂਗੇ। ਆਈ ਹੋਪ ਕਿ ਆਪ ਨੂੰ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮਚ।